Everyone, my name is Ajay Sidana and recently मैं एक्साइज एंड टैक्सेशन इंस्पैक्टर ਦਾ एग्जाम 91.5 ਮਾਰਕਸ ਨਾਲ ਜਨਰਲ ਕੈਟੇਗਰੀ ਦੇ ਵਿੱਚ ਕਲੀਅਰ ਕੀਤਾ ਹੈ। ਇਸ ਐਗਜ਼ਾਮ ਦੀ ਪ੍ਰੀਪਰੇਸ਼ਨ ਲਈ ਮੈਂ CBL ਦੇ ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਕੋਰਸ ਦੇ ਵਿੱਚ ਐਨਰੋਲ ਸੀਗਾ। ਸੋ ਇਸ ਸਕਸੈਸ ਲਈ ਮੈਂ CBL ਦਾ ਬਹੁਤ ਧੰਨਵਾਦੀ ਹਾਂ। CBL ਟੀਮ ਖਾਸ ਕਰਕੇ ਚੇਤਨ ਸਰ, ਭਰਤ ਸਰ, ਰਾਘਵ ਸਰ ਐਂਡ ਪੂਰੀ CBL ਟੀਮ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜੋ ਪ੍ਰੀਪਰੇਸ਼ਨ ਹੈ ਉਹ ਕਰਵਾਈ। ਸੋ CBL ਦਾ ਜਿੰਨਾ ਧੰਨਵਾਦ ਕਰਾਂ ਮੈਂ ਉਨਾ ਹੀ ਘੱਟ ਹੈ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਲਕਮ ਟੂ ਚੇਤਨ ਭਾਰਤ ਲਰਨਿੰਗ। ਦੇਖੋ ਅੱਜਕੱਲ ਪੰਜਾਬ ਸਰਕਾਰ ਇੱਕ ਰਿਕਰੂਟਮੈਂਟ ਡਰਾਈਵ 'ਚ ਲੱਗੀ ਹੋਈ ਹੈ ਤੇ ਸਰਕਾਰੀ ਨੌਕਰੀਆਂ ਦੀ ਇਸ ਸੁਨਾਮੀ ਦੇ ਵਿੱਚ ਇੱਕ ਹੋਰ ਲਹਿਰ ਨੂੰ ਜਨਮ ਦਿੱਤਾ ਹੈ ਪੰਜਾਬ ਸਰਕਾਰ ਨੇ। ਉਹ ਲਹਿਰ ਦਾ ਨਾਮ ਹੈ ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ। ਜੀ ਹਾਂ, ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਦੀ ਰਿਕਰੂਟਮੈਂਟ ਚਾਲੂ ਹੋ ਚੁੱਕੀ ਹੈ। ਇਸ ਦੇ ਐਪਲੀਕੇਸ਼ਨ ਫਾਰਮ ਦੀ ਸਟਾਰਟਿੰਗ ਡੇਟ ਸਟਾਰਟ ਹੋ ਚੁੱਕੀ ਹੈ ਤੇ ਅੱਜ ਹੀ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਰਿਲੀਜ਼ ਕੀਤੀ ਹੈ ਤੇ ਅਸੀਂ ਪਹਿਲਾਂ ਗੱਲ ਕਰਾਂਗੇ ਕਿ ਇਹ ਨੋਟੀਫਿਕੇਸ਼ਨ ਦੇ ਵਿੱਚ ਕੀ ਕੁਝ ਧਿਆਨ ਦੇਣ ਲਾਇਕ ਲਿਖਿਆ ਹੋਇਆ ਪੰਜਾਬ ਸਰਕਾਰ ਨੇ ਤੇ ਕਿਹੜੀ ਇੰਪੋਰਟੈਂਟ ਡੇਟਸ ਵਗੈਰਾ ਹੈ ਤੇ ਅਸੀਂ ਤੁਹਾਨੂੰ ਹੈਲਪ ਕਰਨ ਲਈ ਇਸ ਤਿਆਰੀ ਦੇ ਵਿੱਚ ਕੀ ਕੁਝ ਕਰ ਸਕਦੇ ਹਾਂ। ਰਾਈਟ, ਅਸੀਂ ਇੱਕ ਕੋਰਸ ਲੈ ਕੇ ਆ ਰਹੇ ਹਾਂ ਜਿਸ ਦੇ ਰਾਹੀਂ ਅਸੀਂ ਤੁਹਾਨੂੰ ਇਸ ਐਗਜ਼ਾਮੀਨੇਸ਼ਨ ਦੀ ਤਿਆਰੀ ਕਰਵਾਵਾਂਗੇ। Alright, now ਪਿਛਲੀ ਵਾਰ ਵੀ ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਦਾ ਐਗਜ਼ਾਮੀਨੇਸ਼ਨ ਹੋਇਆ ਸੀ ਤੇ ਉਸ ਐਗਜ਼ਾਮੀਨੇਸ਼ਨ ਦੇ ਵਿੱਚ ਵੀ ਅਸੀਂ ਤਿਆਰੀ ਕਰਾਈ ਸੀ ਸਟੂਡੈਂਟਸ ਨੂੰ ਤੇ ਵੈਰੀ ਪ੍ਰਾਊਡਲੀ ਵੀ ਕੈਨ ਕਲੇਮ that ਕਾਫੀ ਹੱਦ ਤੱਕ ਸਾਡਾ ਕਰਾਇਆ ਹੋਇਆ ਪੇਪਰ ਦੇ ਵਿੱਚ ਆਇਆ। we have so many students, we have so many messages of students thanking us because of that। ਕਾਫੀ ਕੁਝ ਕੁਐਸਚਨਸ ਜਿਹੜੇ ਅਸੀਂ ਡਿਸਕਸ ਕੀਤੇ ਸੀ ਆਪਣੇ ਲੈਕਚਰਸ ਦੇ ਵਿੱਚ ਉਹ ਸਾਰੇ ਸ਼ਾਮਿਲ ਹੋਏ ਨੇ ਉਸ ਐਗਜ਼ਾਮੀਨੇਸ਼ਨ ਦੇ ਵਿੱਚ ਜਿਹੜਾ ਲਾਸਟ ਈਅਰ ਕੰਡਕਟ ਕੀਤਾ ਸੀ ਪੰਜਾਬ ਸਰਕਾਰ ਨੇ। ਨਾਓ ਇਸ ਸਾਲ ਵੀ ਪੰਜਾਬ ਸਰਕਾਰ ਜਿਹੜਾ ਐਗਜ਼ਾਮੀਨੇਸ਼ਨ ਕੰਡਕਟ ਕਰਾਉਣ ਜਾ ਰਹੀ ਹੈ ਉਹਦੇ ਵਿੱਚ ਵੀ ਅਸੀਂ ਪੂਰੀ ਮਿਹਨਤ ਨਾਲ ਕੋਰਸ ਨੂੰ ਡਿਜ਼ਾਈਨ ਕਰਾਂਗੇ ਤੇ ਕੋਸ਼ਿਸ਼ ਇਹੀ ਰਹੂਗੀ ਸਾਡੀ ਕਿ ਉਹ ਕੋਰਸ ਦੇ ਵਿੱਚ ਜੋ ਕੁਝ ਅਸੀਂ ਤੁਹਾਨੂੰ ਪੜ੍ਹਾਈਏ ਉਹ ਸਾਰਾ ਕੁਝ ਤੁਹਾਡੇ ਐਗਜ਼ਾਮੀਨੇਸ਼ਨ ਦੇ ਵਿੱਚ ਰਿਪੀਟ ਹੋ ਜਾਏ। ਠੀਕ ਹੈ, ਤਾਂ ਇਹ ਕੋਰਸ ਦੇ ਵਿੱਚ ਅਸੀਂ ਜਿਹੜਾ ਕੋਰਸ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਉਸ ਨੂੰ ਤੁਸੀਂ ਧਿਆਨਪੂਰਵਕ ਦੇਖਣਾ ਹੈ, ਪ੍ਰੋਪਰ ਕਰਨਾ ਹੈ, ਉਸ ਨੂੰ ਪ੍ਰੋਪਰ ਜਿੱਦਾਂ ਅਸੀਂ ਦੱਸਣਾ ਹੈ ਤੁਹਾਨੂੰ ਸਟ੍ਰੈਟਜੀ ਬਾਰੇ ਉਦਾਂ ਤੁਸੀਂ ਉਹੀ ਸਟ੍ਰੈਟਜੀ ਫੋਲੋ ਕਰਦੇ ਜਾਓ। ਆਲਰਾਈਟ, ਚਲੋ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਨੋਟੀਫਿਕੇਸ਼ਨ ਦੇ ਵਿੱਚ ਇੰਪੋਰਟੈਂਟ ਕੀ ਚੀਜ਼ਾਂ ਲਿਖੀਆਂ ਹੋਈਆਂ ਪੰਜਾਬ ਸਰਕਾਰ ਨੇ ਉਹਦੇ ਬਾਰੇ ਗੱਲ ਕਰਦੇ ਹਾਂ। ਆਲਰਾਈਟ, ਚਲਿਏ ਫਿਰ ਸਭ ਤੋਂ ਪਹਿਲਾਂ ਇੰਪੋਰਟੈਂਟ ਇਨਫੋਰਮੇਸ਼ਨ ਨੂੰ ਦੇਖਦੇ ਹਾਂ। ਦੇਖੋ ਆਨਲਾਈਨ ਐਪਲੀਕੇਸ਼ਨ ਦੀ ਜਿਹੜੀ ਓਪਨਿੰਗ ਡੇਟ ਹੈ 23 ਮਈ 2022 that is today। ਅੱਜ ਦੇ ਦਿਨ ਤੋਂ ਐਪਲੀਕੇਸ਼ਨ ਫਾਰਮ ਖੁੱਲ ਚੁੱਕੇ ਹਨ। ਆਨਲਾਈਨ ਐਪਲੀਕੇਸ਼ਨਸ ਆਰ ਇਨਵਾਈਟਡ ਤੇ ਇਹਦੀ ਲਾਸਟ ਕਲੋਜ਼ਿੰਗ ਡੇਟ ਹੈਗੀ ਹੈ 23rd of June till 5 PM ਸ਼ਾਮ ਨੂੰ 5 ਵਜੇ ਤੱਕ ਐਪਲੀਕੇਸ਼ਨਸ ਤੁਸੀਂ ਭਰ ਸਕਦੇ ਹੋ ਤੇ ਮੇਰੀ ਐਡਵਾਈਸ ਇਹੀ ਰਹੂਗੀ ਕਿ ਤੁਸੀਂ ਛੇਤੀ ਤੋਂ ਛੇਤੀ as soon as possible ਐਪਲੀਕੇਸ਼ਨ ਫਾਰਮ ਭਰ ਦਿਓ, ਤੁਹਾਨੂੰ ਮਨਚਾਹਾ ਸੈਂਟਰ ਮਿਲ ਜਾਊਗਾ। ਆਲਰਾਈਟ, 5 ਵਜੇ ਤੱਕ 23 ਜੂਨ ਦੇ 5 ਵਜੇ ਤੱਕ ਵੇਟ ਨਾ ਕਰਨਾ। ਆਲਰਾਈਟ, ਦੈਟਸ ਮਾਈ ਐਡਵਾਈਸ। ਚਲੋ ਲਾਸਟ ਡੇਟ ਫॉर ਫੀ ਸਬਮਿਸ਼ਨ ਵੁੱਡ ਬੀ 27th of June ਤੇ 23rd of June is last date for filing online application ਤੇ 27th of June would be last date for submitting fees। alright, then total number of posts ਕਿਹੜੀਆਂ ਹੈ 107। ਠੀਕ ਠਾਕ ਨੰਬਰ ਹੈਗਾ 107 ਇਹਨਾਂ ਨੇ ਭਰਤੀਆਂ ਕਰਨੀਆਂ, ਅਸਾਮੀਆਂ ਕੱਢੀਆਂ। ਠੀਕ ਹੈ, ਤੇ ਠੀਕ ਠਾਕ ਨੰਬਰ ਹੈਗਾ, ਠੀਕ ਠਾਕ ਨੌਕਰੀਆਂ ਨਿਕਲੀਆਂ ਤਾਂ ਤੁਸੀਂ ਸੀਰੀਅਸ ਹੋ ਜਾਓ ਤੇ ਸੀਰੀਅਸ ਹੋ ਕੇ ਤਿਆਰੀ ਕਰੋ ਇਸ ਪੇਪਰ ਦੀ। ਠੀਕ ਠਾਕ ਗੋਲਡਨ ਓਪਰਚੁਨਿਟੀ ਹੈਗੀ ਹੈ। ਰਾਈਟ, ਹਾਂ ਇਹ ਤਾਂ ਸਾਰਿਆਂ ਨੂੰ ਪਤਾ ਹੈ 1/3 ਪੋਸਟ ਆਰ ਰਿਜ਼ਰਵਡ ਫॉर ਵਿਮਨ। ਹੌਰੀਜ਼ੋਨਟਲ ਰਿਜ਼ਰਵੇਸ਼ਨ ਦਾ ਮਤਲਬ ਪਤਾ ਕੀ ਹੈ? ਦੇਖਿਓ ਇਹ ਜਿਹੜੀ 107 ਪੋਸਟਾਂ ਹੈਗੀਆਂ ਇਹਦੀ ਰਿਜ਼ਰਵੇਸ਼ਨ ਦੇ ਹਿਸਾਬ ਨਾਲ ਕੈਟੇਗਰਾਈਜੇਸ਼ਨ ਹੈ ਤੇ ਹਰ ਕੈਟੇਗਰੀ ਦੇ ਵਿੱਚ 1/3 ਸੀਟਸ ਆਰ ਰਿਜ਼ਰਵਡ ਫॉर ਵਿਮਨ। ਫॉर ਐਗਜ਼ਾਮਪਲ ਜਨਰਲ ਕੈਟੇਗਰੀ ਦੇ ਵਿੱਚ ਵੀ 1/3 ਸੀਟਸ ਆਰ ਰਿਜ਼ਰਵਡ ਫॉर ਜਨਰਲ ਵਿਮਨ। SC/ST ਕੈਟੇਗਰੀ ਦੇ ਵਿੱਚ ਵੀ 1/3 ਸੀਟਸ ਆਰ ਰਿਜ਼ਰਵਡ ਫॉर SC/ST ਵਿਮਨ ਐਂਡ ਸੋ ਔਨ ਐਂਡ ਸੋ ਫੋਰਥ। ਜਿੰਨੀਆਂ ਵੀ ਰਿਜ਼ਰਵੇਸ਼ਨਸ ਹੈਗੀਆਂ ਉਹਨਾਂ ਦੇ ਵਿੱਚ 1/3 ਸੀਟਸ ਆਰ ਰਿਜ਼ਰਵਡ ਫॉर ਫੀਮੇਲ ਕੈਂਡੀਡੇਟਸ। ਰਾਈਟ, ਇਹ ਤਾਂ ਸਾਨੂੰ ਪਤਾ ਹੀ ਹੈ। ਠੀਕ ਹੈ, ਪੰਜਾਬ ਸਰਕਾਰ ਲਾਅ ਹੀ ਲੈ ਕੇ ਆਈ ਸੀ ਕਿ 1/3 ਸੀਟਸ ਵੁੱਡ ਬੀ ਰਿਜ਼ਰਵਡ ਇਨ ਈਚ ਐਂਡ ਐਵਰੀ ਐਗਜ਼ਾਮੀਨੇਸ਼ਨ। ਇਹ ਸਾਰਿਆਂ ਨੂੰ ਪਤਾ। ਰਾਈਟ, ਇਹਦੇ ਉੱਤੇ ਕੰਟਰੋਵਰਸ਼ੀਅਲ ਡਿਸਕਸ਼ਨਸ ਵੀ ਹੁੰਦੀਆਂ, ਅਸੀਂ ਹੁਣ ਡਿਸਕਸ਼ਨਾਂ ਦੇ ਵਿੱਚ ਨਹੀਂ ਪਾਵਾਂਗੇ। ਚਲਿਏ ਹੁਣ ਤੁਹਾਨੂੰ ਕੁਆਲੀਫਿਕੇਸ਼ਨ ਬਾਰੇ ਪਤਾ ਹੋਣਾ ਚਾਹੀਦਾ। ਬਹੁਤ ਸਾਰੇ ਸਟੂਡੈਂਟਸ ਨੂੰ ਕੁਆਲੀਫਿਕੇਸ਼ਨ ਦਾ ਬਿਲਕੁਲ ਵੀ ਆਈਡੀਆ ਨਹੀਂ ਹੈਗਾ। ਠੀਕ ਹੈ, ਤਾਂ ਇਸੇ ਕਰਕੇ ਮੈਂ ਰਿਪੀਟ ਕਰ ਦਿੰਦਾ ਤੁਹਾਨੂੰ ਕੀ ਕੁਝ ਚਾਹੀਦਾ ਹੈ। ਦੇਖਿਓ ਇਹਨਾਂ ਨੇ ਆਪਣੀ ਨੋਟੀਫਿਕੇਸ਼ਨ ਦੇ ਵਿੱਚ ਕਲੀਅਰ ਕੱਟ ਸ਼ਬਦਾਂ ਦੇ ਵਿੱਚ ਲਿਖਿਆ ਹੋਇਆ ਹੈ ਅ ਕੈਂਡੀਡੇਟ ਸ਼ੁੱਡ ਪੋਸੈਸ ਅ ਡਿਗਰੀ ਆਫ ਬੈਚਲਰ BA ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਕਿਸੇ ਵੀ ਫੀਲਡ ਦੇ ਵਿੱਚ in any discipline from a recognized university or institution or its equivalent। ਤਾਂ ਇੱਕ ਤਾਂ ਡਿਗਰੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ। ਦੂਜੀ ਚੀਜ਼ ਪਤਾ ਕੀ ਹੋਣੀ ਚਾਹੀਦੀ ਹੈ?
ਦੂਜੀ ਚੀਜ਼ ਹੈਗੀ ਹੈ ਇੱਕ ਕੰਪਿਊਟਰ ਕੋਰਸ ਕਰਿਆ ਹੋਣਾ ਚਾਹੀਦਾ ਹੈ। ਠੀਕ ਹੈ, ਇੱਥੇ ਇਹਨਾਂ ਨੇ ਲਿਖਿਆ ਹੋਇਆ ਹੈ ਕਿ along with the degree should possess at least 120 hours course with working experience in the use of personal computer, IT, desktop publishing। ਤਾਂ ਇੱਕ ਤੁਹਾਡਾ ਕੰਪਿਊਟਰ ਕੋਰਸ ਹੋਣਾ ਚਾਹੀਦਾ। ਹੁਣ ਇਹ ਕੰਪਿਊਟਰ ਕੋਰਸ 120 ਆਵਰਸ ਮਿਨੀਮਮ, ਮਤਲਬ ਇਸ ਕੋਰਸ ਦੇ ਵਿੱਚ ਤੁਹਾਨੂੰ 120 ਆਵਰਸ ਦਾ ਤੁਹਾਡਾ ਕੋਰਸ ਦੀ ਡਿਊਰੇਸ਼ਨ ਸੀਗੀ ਮਿਨੀਮਮ। ਨਾ ਇਸ ਕੋਰਸ ਦੇ ਵਿੱਚ ਨਾ ਇਹ ਜਿਹੜਾ ਕੋਰਸ ਤੁਸੀਂ ਕਰੋਗੇ ਕੰਪਿਊਟਰ ਦਾ ਕੋਰਸ ਤੁਹਾਡੇ ਕੋਲ ਜਿਹੜਾ ਹੋਣਾ ਚਾਹੀਦਾ ਇਹ ਗਵਰਨਮੈਂਟ ਅਪਰੂਵਡ ਕਿਸੇ ਇੰਸਟੀਟਿਊਸ਼ਨ ਤੋਂ ਤੁਸੀਂ ਲੈ ਸਕਦੇ ਹੋ ਜਾਂ ਕੋਈ ਵੀ ਪ੍ਰਾਈਵੇਟ ਇੰਸਟੀਟਿਊਸ਼ਨ ਜਿਹੜਾ ISO ਸਰਟੀਫਾਈਡ ਹੈ, ਮਤਲਬ ਰੈਕਗਨਾਈਜ਼ਡ ਇੰਸਟੀਟਿਊਸ਼ਨ ਤੋਂ ਤੁਹਾਨੂੰ ਸਰਟੀਫਿਕੇਟ ਲੈਣਾ ਕੰਪਿਊਟਰ ਦਾ। ਬਸ ਇਹ ਦੋ ਚੀਜ਼ਾਂ ਚਾਹੀਦੀਆਂ ਨੇ। ਠੀਕ ਹੈ, ਬਾਕੀ ਤੁਹਾਡੇ ਕੋਲ 10th ਹੋਣੀ ਚਾਹੀਦੀ ਹੈ ਪੰਜਾਬੀ ਦੇ ਵਿੱਚ। ਠੀਕ ਹੈ, ਉਹ ਤਾਂ ਮੈਂ ਅਸਿਊਮ ਕਰ ਰਿਹਾ ਸਾਰੇ ਦੇ ਕੋਲ ਹੋਗੀ, ਜੇ ਨਹੀਂ ਹੈ ਤਾਂ ਲੈ ਲਓ। ਠੀਕ ਹੈ, ਪੰਜਾਬ ਸਰਕਾਰੀ ਨੌਕਰੀਆਂ ਦੇ ਵਿੱਚ ਕੰਮ ਆਉਂਦੀ ਹੈ। ਸਾਰੀ ਪੰਜਾਬ ਸਰਕਾਰੀ ਨੌਕਰੀਆਂ ਦੇ ਵਿੱਚ 10th ਪੰਜਾਬੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਠੀਕ ਹੈ, ਤੇ ਇਹ ਜ਼ਰੂਰ ਕਰਿਓ। ਤੇ ਏਜ ਕ੍ਰਾਈਟੇਰੀਆ ਮੈਂ ਦੱਸ ਦਿੰਦਾ ਤੁਹਾਨੂੰ। ਫॉर ਜਨਰਲ ਕੈਟੇਗਰੀ ਯੂ ਸ਼ੁੱਡ ਬੀ ਬਿਟਵੀਨ ਦੀ ਏਜ ਆਫ 18 to 37। ਜਨਰਲ ਕੈਟੇਗਰੀ ਦੇ ਜਿਹੜੇ ਐਸਪੀਰੈਂਟਸ ਹੈਗੇ ਆ 18 ਤੋਂ ਲੈ ਕੇ 37 ਸਾਲਾਂ ਤੱਕ ਜੇ ਉਹਨਾਂ ਦੀ ਏਜ ਹੈ ਐਜ਼ ਔਨ 1 ਜਨਵਰੀ 2022। 1 ਜਨਵਰੀ 2022 ਤੋਂ ਪਹਿਲਾਂ ਜੇ ਉਹ 18 to 37 ਦੇ ਏਜ ਬ੍ਰੈਕਟ ਦੇ ਵਿੱਚ ਲਾਈ ਕਰਦੇ ਆ ਦੈਨ ਉਹ ਐਲੀਜੀਬਲ ਹੈਗੇ ਆ। ਬਾਕੀ ਜਿਹੜੀ ਰਿਜ਼ਰਵਡ ਪੋਸਟ ਹੈਗੀਆਂ ਜਿਹੜੀ ਕੈਟੇਗਰੀਜ਼ ਹੈਗੀਆਂ ਉਹਨਾਂ ਨੂੰ ਰਿਲੈਕਸੇਸ਼ਨ ਹੈਗੀ ਹੈ, ਏਜ ਰਿਲੈਕਸੇਸ਼ਨਸ ਹੈਗੀ ਹੈ। ਮਿਨੀਮਮ 5 ਇਅਰਸ ਦੀ ਏਜ ਰਿਲੈਕਸੇਸ਼ਨ ਤਾਂ ਹੈਗੀ ਹੋਈ ਹੈਗੀ ਹੈ। ਠੀਕ ਹੈ, ਚਲੋ। ਤੇ ਐਗਜ਼ਾਮੀਨੇਸ਼ਨ ਕ੍ਰਾਈਟੇਰੀਆ ਕੀ ਹੋਣਾ ਤੁਸੀਂ ਜਾਣਦੇ ਹੋ, ਇਹ ਸਿਰਫ ਪੇਪਰ ਹੋਣਾ, ਕੋਈ ਇੰਟਰਵਿਊ ਨਹੀਂ ਹੋਣਾ ਇਹਦੇ ਵਿੱਚ। ਠੀਕ ਹੈ, ਆਬਜੈਕਟਿਵ ਟਾਈਪ ਇੱਕ ਪੇਪਰ ਹੋਣਾ ਤੁਹਾਡੇ ਕੋਲ। ਹਜੇ ਤੱਕ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਨਹੀਂ ਹੋਇਆ ਕਿੰਨੇ ਕੁਐਸਚਨਸ ਹੋਣਗੇ, ਕੀ ਮਾਰਕਿੰਗ ਸਕੀਮ ਹੋਊਗੀ, ਕੁਝ ਵੀ ਨਹੀਂ ਲਿਖਿਆ ਹੋਇਆ, ਉਹ ਅੱਗੇ ਦੱਸਣਗੇ। ਠੀਕ ਹੈ, ਤੇ ਜਿੱਦਾਂ ਉਹ ਦੱਸ ਦੇਣਗੇ ਅਸੀਂ ਉਦਾਂ ਹੀ ਤੁਹਾਨੂੰ ਵੀ ਦੱਸ ਦੇਣਗੇ ਕਿ ਕਿਹੜਾ ਮਾਰਕਿੰਗ ਕ੍ਰਾਈਟੇਰੀਆ ਕੀ ਹੈ, ਕਿੰਨੇ ਕੁਐਸਚਨਸ ਮਿਲਣੇ ਆ, ਸਿਲੇਬਸ ਦਾ ਕੀ ਸਿਸਟਮ ਹੈ। ਹਜੇ ਤੱਕ ਅਸੀਂ ਅਸਿਊਮ ਕਰਕੇ ਚੱਲ ਰਹੇ ਹਾਂ ਬਿਕੋਜ਼ ਲਾਸਟ ਈਅਰ ਦਾ ਜਿਹੜਾ ਇਹਨਾਂ ਦਾ ਐਗਜ਼ਾਮੀਨੇਸ਼ਨ ਸੀਗਾ ਉਹ ਠੀਕ ਠਾਕ ਸਕਸੈਸਫੁਲ ਸੀਗਾ, ਇਸੇ ਕਰਕੇ ਉਹੀ ਐਗਜ਼ਾਮੀਨੇਸ਼ਨ ਪੈਟਰਨ ਫੋਲੋ ਕਰਨਗੇ, ਉਹੀ ਸਿਲੇਬਸ ਫੋਲੋ ਕਰਨਗੇ। ਠੀਕ ਹੈ, ਤਾਂ ਸਾਡਾ ਕੋਰਸ ਵੀ ਉਸੇ ਹਿਸਾਬ ਨਾਲ ਡਿਜ਼ਾਈਨ ਕੀਤਾ ਜਾਊਗਾ ਜਿਹੜਾ ਜਿੱਦਾਂ ਲਾਸਟ ਈਅਰ ਦਾ ਐਗਜ਼ਾਮੀਨੇਸ਼ਨ ਸਟਰਕਚਰ ਸੀਗਾ। ਠੀਕ ਹੈ, ਤਾਂ ਆਬਜੈਕਟਿਵ ਟਾਈਪ ਤੁਹਾਡਾ ਮਤਲਬ MCQ ਬੇਸਡ ਰਿਟਨ ਟੈਸਟ ਹੋਣਾ ਤੇ ਇਹਨਾਂ ਨੇ ਕਿਹਾ ਹੈ ਕਿ ਤੁਹਾਡੇ ਮਿਨੀਮਮ 40% ਮਾਰਕਸ ਹੋਣੇ ਚਾਹੀਦੇ ਆ। ਜੇ ਤੁਸੀਂ ਮਿਨੀਮਮ 40% ਮਾਰਕਸ ਵੀ ਨਹੀਂ ਸਕੋਰ ਕਰਦੇ ਤਾਂ ਤੁਹਾਡੀ ਰੈਂਕਿੰਗ ਵੀ ਨਹੀਂ ਕੱਢਣੀ ਇਹਨਾਂ ਨੇ। ਠੀਕ ਹੈ, ਫੇਲ ਕਰ ਦੇਣਾ ਉਦਾਂ ਹੀ। ਮਿਨੀਮਮ 40% ਮਾਰਕਸ ਰਿਕੁਆਇਰਡ ਤੇ ਤੁਹਾਡੇ ਰਿਟਨ ਟੈਸਟ ਦੇ ਮੈਰਿਟ ਲਿਸਟ ਦੇ ਹਿਸਾਬ ਨਾਲ ਦੇ ਆਧਾਰ ਤੇ ਠੀਕ ਹੈ ਇਹਨਾਂ ਨੇ ਤੁਹਾਨੂੰ ਕਾਉਂਸਲਿੰਗ ਲਈ ਬੁਲਾਣਾ। ਉਸ ਕਾਉਂਸਲਿੰਗ ਦੇ ਵਿੱਚ ਇਹ ਬਸ ਤੁਹਾਡੇ ਡਾਕੂਮੈਂਟ ਵੈਰੀਫਿਕੇਸ਼ਨ ਕਰਦੇ ਆ, ਇਹ ਚੈੱਕ ਕਰਦੇ ਆ ਕਿ ਜਿਹੜੀ ਵੀ ਇਨਫੋਰਮੇਸ਼ਨ ਤੁਸੀਂ ਐਪਲੀਕੇਸ਼ਨ ਫਾਰਮ ਦੇ ਵਿੱਚ ਪ੍ਰੋਵਾਈਡ ਕੀਤੀ ਹੈ ਕਿ ਤੁਸੀਂ ਮੈਟ੍ਰਿਕ ਕੀਤੀ ਹੋਈ ਹੈ ਪੰਜਾਬੀ ਦੇ ਵਿੱਚ, ਉਹ ਸਾਰੀ ਆਪਣਾ ਜੋ ਕੁਝ ਵੀ ਦਸਤਾਵੇਜ਼ ਹੈਗੇ ਆ, ਜੋ ਕੁਝ ਵੀ ਡਾਕੂਮੈਂਟਸ ਹੈਗੇ ਆ ਉਹ ਵੈਰੀਫਾਈ ਕਰਦੇ ਆ ਇਹ ਕਾਉਂਸਲਿੰਗ ਦੇ ਵਿੱਚ। ਤਾਂ ਤੁਸੀਂ ਤਾਂ ਪੂਰਾ ਫੋਕਸ ਕਰਨਾ ਜੇਕਰ ਤੁਹਾਡੇ ਕੋਲ ਸਾਰੇ ਡਾਕੂਮੈਂਟਸ ਪ੍ਰੋਪਰ ਹੈਗੇ ਆ। ਠੀਕ ਹੈ, ਤਾਂ ਤੁਸੀਂ ਤਾਂ ਠੀਕ ਠਾਕ ਫੋਕਸ ਕਰਿਓ ਪੇਪਰ ਦੇ ਉੱਤੇ। ਠੀਕ ਹੈ, ਆਬਜੈਕਟਿਵ ਟਾਈਪ ਪੇਪਰ ਹੋਣਾ, ਕੋਰਸ ਦੇ ਉੱਤੇ ਸਾਰਾ ਧਿਆਨ ਰੱਖਿਓ। ਤੁਸੀਂ ਕੋਰਸ ਕਲੀਅਰ ਕਰਿਓ, ਟੈਸਟ ਕਲੀਅਰ ਕਰਿਓ, ਐਗਜ਼ਾਮੀਨੇਸ਼ਨ ਕਲੀਅਰ ਕਰਿਓ ਤੇ ਉਸ ਤੋਂ ਬਾਅਦ ਤੁਹਾਨੂੰ ਕਾਉਂਸਲਿੰਗ ਲਈ ਬੁਲਾਵਾਂਗੇ। ਕਲੀਅਰ, ਮੈਰਿਟ ਲਿਸਟ ਨਿਕਲੂਗੀ ਰਿਟਨ ਟੈਸਟ ਦੇ ਬਾਅਦ ਤੇ ਉਹਦੇ ਆਧਾਰ ਤੇ ਉਹ ਤੁਹਾਨੂੰ ਬੁਲਾ ਲਾਂਗੇ ਕਾਉਂਸਲਿੰਗ ਤੇ ਕਾਉਂਸਲਿੰਗ ਦੇ ਵਿੱਚ ਬਸ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੈ ਤੇ ਲਿਸਟ ਬਣ ਜੂਗੀ, ਉਹਦੇ ਹਿਸਾਬ ਨਾਲ ਰਿਕਰੂਟਮੈਂਟ ਸ਼ੁਰੂ ਹੋ ਜੂਗੀ। ਇਹ ਤੁਸੀਂ ਬਣ ਜਾਓਗੇ ਫਿਰ ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ। ਠੀਕ ਹੈ, ਤਾਂ ਇਹ ਤਾਂ ਮੇਨ ਪੁਆਇੰਟ ਸੀਗੇ ਜਿਹੜੇ ਨੋਟੀਫਿਕੇਸ਼ਨ ਦੇ ਵਿੱਚ ਦੱਸੇ ਹੋਏ ਆ। ਨਾਓ ਲੈਟਸ ਸਟਾਰਟ ਵਿਦ ਵਾਟ ਵੀ ਵਿਲ ਡੂ ਫॉर ਯੂ। ਠੀਕ ਹੈ, ਤਾਂ ਅਸੀਂ ਲੈ ਕੇ ਆਏ ਹਾਂ ਇੱਕ 75 ਡੇ ਪਲਾਨ ਫॉर PSSB ETI ਕੋਰਸ। ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਦਾ ਅਸੀਂ ਇੱਕ ਕੋਰਸ ਕੱਢ ਰਹੇ ਹਾਂ। ਠੀਕ ਹੈ, ਤੇ ਇਹ 75 ਡੇ ਪਲਾਨ ਹੋਣਾ। ਸਾਡੇ ਹਿਸਾਬ ਨਾਲ 75 ਡੇਜ਼ ਤਾਂ ਮਿਨੀਮਮ ਲੈਣਗੇ ਜਦ ਵੀ ਪੇਪਰ ਹੋਊਗਾ। ਹਜੇ ਤੱਕ ਇਹਨਾਂ ਨੇ ਪੇਪਰ ਦੀ ਵੀ ਡੇਟ ਨਹੀਂ ਕੱਢੀ ਹੈ। ਇਹਨਾਂ ਨੇ ਦੱਸਿਆ ਕਿ ਸਟਾਰਟਿੰਗ ਡੇਟ ਕਿਹੜੀ ਹੈ ਐਪਲੀਕੇਸ਼ਨ ਫਾਰਮ ਦੀ, ਐਂਡਿੰਗ ਡੇਟ ਕਿਹੜੀ ਹੈ, ਤੇ 1 ਮਹੀਨਾ ਤਾਂ ਇਹ ਨਾ ਐਪਲੀਕੇਸ਼ਨ ਫਾਰਮਸ ਨੂੰ ਪ੍ਰੋਸੈਸ ਕਰਨ ਲਈ ਲਾ ਦਿੰਦੇ ਆ। ਠੀਕ ਹੈ, 27 ਜੂਨ ਨੂੰ ਸਾਰੇ ਐਪਲੀਕੇਸ਼ਨ ਫਾਰਮਸ ਇਹਨਾਂ ਕੋਲ ਇਕੱਠੇ ਹੋ ਜਾਣਗੇ ਤੇ 1 ਮਹੀਨਾ ਇਹ ਲੈਣਗੇ ਫॉर ਪ੍ਰੋਸੈਸਿੰਗ ਦੋਜ਼ ਐਪਲੀਕੇਸ਼ਨ ਫਾਰਮਸ। ਰਾਈਟ, ਤਾਂ ਮਿਨੀਮਮ ਤੁਹਾਡੇ ਕੋਲ 75 ਡੇਜ਼ ਤਾਂ ਹੈਗੇ ਹੀ ਆ। ਠੀਕ ਹੈ, ਇਸੇ ਕਰਕੇ ਅਸੀਂ ਲੈ ਕੇ ਆਏ ਹਾਂ 75 ਡੇ ਪਲਾਨ ਤੇ ਇਸ 75 ਡੇ ਪਲਾਨ ਦੇ ਵਿੱਚ ਮੈਂ ਤੁਹਾਨੂੰ ਨਾ ਓਵਰਆਲ ਪਿਕਚਰ ਦੱਸ ਦੇਣਾ। ਠੀਕ ਹੈ, ਬਾਕੀ ਇਸ 75 ਡੇ ਕੋਰਸ ਦਾ ਡਿਟੇਲਡ ਟਾਈਮ ਟੇਬਲ, ਡਿਟੇਲਡ ਕੋਰਸ ਆਰਕੀਟੈਕਚਰ ਤੇ ਕਿੰਨੇ ਟੈਸਟ ਅਸੀਂ ਲੈਣੇ ਆ, ਕਿਸ ਹਿਸਾਬ ਨਾਲ ਲੈਣੇ ਆ, ਕਿਸ ਦਿਨ ਕਿਹੜਾ ਲੈਕਚਰ ਤੁਹਾਨੂੰ ਮਿਲੂਗਾ, ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਕੱਲ ਨੂੰ। ਠੀਕ ਹੈ, ਅੱਜ ਮੈਂ ਤੁਹਾਨੂੰ ਓਵਰਆਲ ਓਵਰਵਿਊ ਦੇਣ ਵਾਲਾ। ਠੀਕ ਹੈ, ਜਸਟ ਓਵਰਵਿਊ ਦੇ ਰਿਹਾ ਮੈਂ ਤੁਹਾਨੂੰ
ਇਹ ਸਾਡੇ ਕੋਰਸ ਦਾ, ਠੀਕ ਹੈ। ਤਾਂ ਫੁੱਲ ਕਵਰੇਜ ਆਫ ਕੋਰਸ ਥਰੂ ਵੀਡੀਓ ਲੈਕਚਰਸ ਹੋਊਗੀ, ਡਿਟੇਲਡ ਕਲਾਸਰੂਮ ਨੋਟਸ ਮਿਲਣਗੇ ਤੁਹਾਨੂੰ PDF ਫਾਰਮੈਟ ਦੇ ਵਿੱਚ, ਟੈਸਟ ਸੀਰੀਜ਼ ਹੋਊਗੀ, ਸੈਕਸ਼ਨਲ ਟੈਸਟ ਵੀ ਹੋਣਗੇ, ਜੀਕੇ ਦੇ ਜਿਹੜਾ ਇੰਡਸਟਰੀਅਲ ਲਾਜ਼ ਵਾਲਾ ਸੈਕਸ਼ਨ ਹੈਗਾ, ਟੈਕਸੇਸ਼ਨ ਵਾਲਾ ਸੈਕਸ਼ਨ ਹੈ, ਸਭ ਦੇ ਸੈਕਸ਼ਨਲ ਟੈਸਟ ਵੀ ਹੋਣਗੇ, ਰੀਜ਼ਨਿੰਗ ਵਗੈਰਾ ਸਾਰਿਆਂ ਦੇ, ਤੇ ਫੁੱਲ ਮੌਕ ਟੈਸਟ ਵੀ ਹੋਣਗੇ, ਤੇ ਇਸੇ ਕੋਰਸ ਦੇ ਵਿੱਚ ਇੰਕਲੂਡਡ ਹੋਗੀ ਤੁਹਾਡੀ ਟੈਸਟ ਸੀਰੀਜ਼, ਠੀਕ ਹੈ। ਦੈਨ ਡਿਟੇਲਡ ਕੋਰਸ ਟਾਈਮ ਟੇਬਲ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ, ਕੱਲ ਹੀ ਤੁਹਾਡੇ ਨਾਲ ਸਾਂਝਾ ਕਰ ਲਾਂਗੇ ਅਸੀਂ, ਡਿਟੇਲਡ ਸਟਰਕਚਰ ਤਾਂ ਕੱਲ ਹੀ ਸਾਂਝਾ ਕਰ ਲਾਂਗੇ। ਰੈਗੂਲਰ ਲਾਈਵ ਡਾਊਟ ਮੈਂਟਰਸ਼ਿਪ ਸੈਸ਼ਨਸ ਲੈਣਗੇ ਅਸੀਂ। ਦੇਖਿਓ ਇਹ ਜਨਰਲੀ ਨਾ ਇਹ ਪ੍ਰੋਬਲਮ ਹੁੰਦੀ ਹੈ ਸਟੂਡੈਂਟਸ ਨੂੰ, ਸਟੂਡੈਂਟਸ ਨਾ ਜਨਰਲੀ ਪ੍ਰੈਫਰ ਕਰਦੇ ਆ ਆਫਲਾਈਨ ਕੋਰਸ, ਬਿਕੋਜ਼ ਆਫਲਾਈਨ ਦੇ ਵਿੱਚ ਨਾ ਲਾਈਵ ਇੰਟਰੈਕਸ਼ਨ ਹੋ ਜਾਂਦੀ ਹੈ ਟੀਚਰ ਦੇ ਨਾਲ, ਤੁਸੀਂ ਆਪਣੇ ਡਾਊਟਸ ਵਗੈਰਾ ਪੁੱਛ ਸਕਦੇ ਹੋ ਨਾ। ਆਨਲਾਈਨ ਮਾਧਿਅਮ ਦੇ ਵਿੱਚ ਇਹ ਥੋੜਾ ਫੀਜ਼ੇਬਲ ਨਹੀਂ ਹੁੰਦਾ, ਪਰ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਟੀਚਰਸ ਨਾਲ ਲਾਈਵ ਇੰਟਰੈਕਟ ਕਰ ਸਕੋ। ਅਸੀਂ ਟੈਕਨੋਲੋਜੀ ਦਾ ਯੂਜ਼ ਕਰਕੇ ਇਹ ਚੀਜ਼ ਨੂੰ ਪੋਸੀਬਲ ਕਰ ਰਹੇ ਹਾਂ, ਠੀਕ ਹੈ। ਤਾਂ ਐਵਰੀ ਵੀਕ 2 ਟਾਈਮਸ ਐਵਰੀ ਵੀਕ ਤੁਹਾਡੇ ਲਾਈਵ ਗੂਗਲ ਮੀਟ ਸੈਸ਼ਨਸ ਹੋਣਗੇ, ਜਿਹਦੇ ਵਿੱਚ ਤੁਸੀਂ ਟੀਚਰ ਦੇ ਨਾਲ ਡਾਇਰੈਕਟ ਰਾਬਤਾ ਰੱਖੋਗੇ, ਤੁਸੀਂ ਟੀਚਰ ਦੇ ਨਾਲ ਡਾਇਰੈਕਟ ਕੰਟੈਕਟ ਦੇ ਵਿੱਚ ਹੋਵੋਗੇ ਤੇ ਆਪਣੇ ਡਾਊਟਸ ਪੁੱਛੋ, ਕੋਈ ਵੀ ਸਮੱਸਿਆ ਤੁਹਾਨੂੰ ਹੈਗੀ ਹੈ ਤੁਸੀਂ ਉੱਥੇ ਹੀ ਪੁੱਛ ਲਿਓ। ਤਾਂ ਆਨਲਾਈਨ ਦੇ ਵਿੱਚ ਆਫਲਾਈਨ ਦੇ ਜਿਹੜੇ ਐਡਵਾਂਟੇजेस ਹੈ ਉਹ ਅਸੀਂ ਇੰਕਲੂਡ ਕਰ ਰਹੇ ਹਾਂ ਥਰੂ ਦਿਸ ਲਾਈਵ ਡਾਊਟ ਕਮ ਮੈਂਟਰਸ਼ਿਪ ਸੈਸ਼ਨਸ, ਠੀਕ ਹੈ। ਨਾਓ ਇਸ ਕੋਰਸ ਨੂੰ ਜੁਆਇਨ ਕਰਨ ਲਈ ਤੁਸੀਂ ਕੀ ਕਰਨਾ ਹੈ? ਸਿੰਪਲ, ਪਹਿਲੀ ਗੱਲ ਤਾਂ ਇਹ ਹੈ ਕਿ registrations for this course shall start on 24th of May, that is tomorrow। 24th of May ਕੱਲ ਤੋਂ ਰਜਿਸਟ੍ਰੇਸ਼ਨਸ ਓਪਨ ਹੋ ਜਾਣਗੀਆਂ, ਠੀਕ ਹੈ। ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰੋ ਤੇ ਸਾਨੂੰ ਕਾਲ ਕਰਿਓ। ਰਜਿਸਟਰ ਕਰਨ ਦੇ ਲਈ ਤੁਸੀਂ ਕਰਨਾ ਕੀ ਹੈ ਕੁਝ ਨਹੀਂ, ਥੱਲੇ ਦਿੱਤੇ ਗਏ ਨੰਬਰ ਤੇ ਕਾਲ ਕਰਿਓ ਜਾਂ ਥੱਲੇ ਦਿੱਤੀ ਗਈ ਵੈਬਸਾਈਟ ਤੇ ਜਾਓ ਤੇ ਉੱਥੇ ਰਜਿਸਟਰ ਕਰੋ, ਠੀਕ ਹੈ। ਤੁਹਾਡੇ ਕੋਲ 2 ਵਿਕਲਪ ਹੈਗੇ ਆ, ਤੁਸੀਂ ਜਾਂ ਤਾਂ ਸਾਨੂੰ ਕਾਲ ਕਰ ਸਕਦੇ ਹੋ ਥੱਲੇ ਦਿੱਤੇ ਗਏ ਨੰਬਰ ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਲੌਗ ਆਨ ਕਰਕੇ www.chetanbharat.com ਉੱਥੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਲਿਓ ਇਸ ਕੋਰਸ ਦੇ ਵਿੱਚ, ਠੀਕ ਹੈ। ਤਾਂ ਰਜਿਸਟ੍ਰੇਸ਼ਨਸ ਤਾਂ ਕੱਲ ਨੂੰ ਖੁੱਲ ਜਾਣੀ ਹੈ 24th ਮਈ ਤੋਂ, ਤੇ ਕੋਰਸ ਤੁਹਾਡਾ ਸਟਾਰਟ ਹੋ ਰਿਹਾ ਹੈ 30th of May ਨੂੰ। 29th May ਇਸ ਸੰਡੇ, 30th of May ਨੂੰ ਤੁਹਾਡਾ ਕੋਰਸ ਸਟਾਰਟ ਹੋ ਰਿਹਾ। ਤਾਂ 24th May ਤੋਂ ਤੁਹਾਡੀ ਰਜਿਸਟ੍ਰੇਸ਼ਨ ਸਟਾਰਟ ਹੈ, 30th May ਨੂੰ ਤੁਹਾਡਾ ਕੋਰਸ ਸਟਾਰਟ ਹੋ ਜਾਊਗਾ ਤੇ ਕੋਰਸ ਵੁੱਡ ਐਂਡ ਔਨ 12th August। ਕਲੀਅਰ? ਤਾਂ ਇਹ ਸਾਰਾ ਰਫ ਜਿਹਾ ਡਿਟੇਲਡ ਸਟਰਕਚਰ ਹੈ, ਰਫ ਜਿਹਾ ਡਿਟੇਲਡ ਤਾਂ ਨਹੀਂ ਮੈਂ ਕਹਾਂਗਾ, ਰਫ ਜਿਹਾ ਓਵਰਵਿਊ ਹੈ। ਬਾਕੀ ਪੂਰਾ ਡਿਟੇਲਡ ਟਾਈਮ ਟੇਬਲ, ਡਿਟੇਲਡ ਕੋਰਸ ਸਟਰਕਚਰ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਕੱਲ ਨੂੰ। Alright, ਤਾਂ stay tuned, but you can call us right now and register with us ਤੇ ਅਸੀਂ ਦੇਖਾਂਗੇ, ਫਿਰ ਅਸੀਂ ਤੁਹਾਨੂੰ ਸਾਰੀ ਡਿਟੇਲਸ ਉਦੋਂ ਹੀ ਦੇ ਦੇਣਗੇ। Clear? ਚਲੋ ਫਿਰ, welcome aboard everyone, we are really happy to serve you people and let's hope that you work hard, we work hard and you eventually become an excise and taxation inspector। ਪੱਕੀ ਕਰ ਲਓ ਆਪਣੀ ਸਰਕਾਰੀ ਨੌਕਰੀ, ਠੀਕ ਹੈ। ਚਲੋ ਫਿਰ, thank you everyone, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।